ਸ਼੍ਰੀ ਅਕਾਲ। ਪੰਜਾਬੀ ਸਕੂਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਬੱਚਿਓ, ਅੱਜ ਅਸੀਂ ਜਿਹੜਾ ਪਾਠ ਕਰਨਾ ਹੈ ਉਸ ਦਾ ਨਾਮ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਸਵਾਲ ਪੁੱਛਾਂਗੀ। ਇਹਨਾਂ ਸਵਾਲਾਂ ਦੇ ਜਵਾਬ ਤੁਸੀਂ ਕਮੈਂਟਸ ਵਿੱਚ ਵੀ ਲਿਖ ਕੇ ਦੇ ਸਕਦੇ ਹੋ ਤੇ ਆਪਣੀ ਕਾਪੀ ਤੇ ਵੀ ਲਿਖ ਸਕਦੇ ਹੋ। ਤਾਂ ਸ਼ੁਰੂ ਕਰੀਏ। ਤਾਂ ਮੇਰਾ ਪਹਿਲਾ ਸਵਾਲ ਹੈ ਤੁਹਾਨੂੰ ਕਿ ਤੁਹਾਡਾ ਕਿਸੇ ਅਜਿਹੇ ਰਿਸ਼ਤੇਦਾਰ ਜਾਂ ਬਹੁਤ ਹੀ ਪਿਆਰੇ ਦੋਸਤ ਦਾ ਨਾਮ ਲਿਖੋ ਜਾਂ ਦੱਸੋ ਜੋ ਤੁਹਾਡੇ ਤੋਂ ਦੂਰ ਰਹਿੰਦਾ ਹੈ, ਜਿਹੜਾ ਤੁਹਾਡੇ ਬਿਲਕੁਲ ਕੋਲ ਨਹੀਂ ਰਹਿੰਦਾ। ਉਸ ਤੋਂ ਬਾਅਦ ਮੇਰਾ ਦੂਸਰਾ ਸਵਾਲ ਹੈ, ਜਦੋਂ ਤੁਸੀਂ ਇਸ ਰਿਸ਼ਤੇਦਾਰ ਨਾਲ ਜਾਂ ਪਿਆਰੇ ਦੋਸਤ ਨਾਲ ਗੱਲ ਕਰਨੀ ਹੁੰਦੀ ਹੈ ਜੋ ਤੁਹਾਡੇ ਤੋਂ ਦੂਰ ਰਹਿੰਦਾ ਹੈ, ਤਾਂ ਤੁਸੀਂ ਕਿਸ ਤਰ੍ਹਾਂ ਗੱਲ ਕਰਦੇ ਹੋ ਉਸ ਨਾਲ। ਤੇ ਮੇਰਾ ਤੀਸਰਾ ਸਵਾਲ ਕਿ ਅੱਜ ਤੋਂ 100 ਸਾਲ ਪਹਿਲਾਂ ਜਿਸ ਤਰ੍ਹਾਂ ਤੁਸੀਂ ਅੱਜ ਉਸ ਦੋਸਤ ਨਾਲ ਜਾਂ ਰਿਸ਼ਤੇਦਾਰ ਨਾਲ ਗੱਲ ਕਰ ਸਕਦੇ ਹੋ, ਕੀ ਇਹ ਸੰਭਵ ਸੀ। ਹੁਣ ਆਪਾਂ ਇਹਨਾਂ ਸਵਾਲਾਂ ਦੇ ਉੱਤਰਾਂ ਵੱਲ ਧਿਆਨ ਦਿੰਦੇ ਹਾਂ। ਪਹਿਲੇ ਸਵਾਲ ਦੇ ਉੱਤਰ ਵਿੱਚ ਤੁਸੀਂ ਆਪਣੇ ਕਿਸੇ ਵੀ ਪਿਆਰੇ ਰਿਸ਼ਤੇਦਾਰ ਜਾਂ ਅਜ਼ੀਜ਼ ਦਾ ਨਾਮ ਲਿਖਿਆ ਹੋਵੇਗਾ। ਦੂਸਰੇ ਦੇ ਉੱਤਰ ਵਿੱਚ ਮੈਨੂੰ ਪੱਕਾ ਯਕੀਨ ਹੈ ਕਿ ਜ਼ਿਆਦਾਤਰ ਬੱਚਿਆਂ ਨੇ ਟੈਲੀਫੋਨ ਹੀ ਲਿਖਿਆ ਹੋਏਗਾ। ਫ਼ੋਨ ਲਿਖਿਆ ਹੈ ਨਾ ਤੁਸੀਂ, ਕਿ ਤੁਸੀਂ ਆਪਣੇ ਇਸ ਤਰ੍ਹਾਂ ਦੇ ਦੂਰ ਦੇ ਰਿਸ਼ਤੇਦਾਰ ਜਾਂ ਪਿਆਰੇ ਮਿੱਤਰ ਨੂੰ ਫ਼ੋਨ ਕਰਕੇ ਉਸ ਨਾਲ ਗੱਲ ਕਰਦੇ ਹੋ। ਅਤੇ ਤੀਸਰੇ ਦਾ ਉੱਤਰ ਕਿ ਅੱਜ ਤੋਂ 100 ਸਾਲ ਪਹਿਲਾਂ ਇਹ ਸੰਭਵ ਸੀ, ਇਸ ਦਾ ਉੱਤਰ ਤੁਸੀਂ ਆਪਣੇ ਵੱਡਿਆਂ ਬਜ਼ੁਰਗਾਂ ਤੋਂ ਪੁੱਛ ਕੇ ਦੱਸ ਸਕਦੇ ਹੋ। ਅੱਜ ਤੋਂ ਬਹੁਤ ਸਾਲ ਪਹਿਲਾਂ ਇਹ ਚੀਜ਼ ਸੰਭਵ ਨਹੀਂ ਸੀ। ਉਸ ਸਮੇਂ ਸਾਡੇ ਕੋਲ ਫ਼ੋਨ ਨਹੀਂ ਸਨ, ਇੰਨੇ ਕਾਮਨ ਤਾਂ ਬਿਲਕੁਲ ਨਹੀਂ ਸਨ ਕਿ ਅਸੀਂ ਹਰ ਬੰਦਾ, ਹਰ ਆਮ ਇਨਸਾਨ ਫ਼ੋਨ ਨੂੰ ਵਰਤ ਸਕੇ। ਤਾਂ ਅੱਜ ਅਸੀਂ ਆਪਣੇ ਪਾਠ ਵਿੱਚ ਟੈਲੀਫੋਨ, ਜਿਹੜਾ ਕਿ ਅੱਜ ਕੱਲ੍ਹ ਛੋਟਾ ਜਿਹਾ ਸਮਾਰਟਫੋਨ ਬਣ ਚੁੱਕਾ ਹੈ, ਉਸ ਦੇ ਇਤਿਹਾਸ ਬਾਰੇ ਪੜ੍ਹਾਂਗੇ ਕਿ ਕਿਹੜਾ ਵਿਅਕਤੀ ਸੀ ਜਿਸ ਨੇ ਇਸ ਦੀ ਖੋਜ ਕੀਤੀ ਅਤੇ ਉਸਨੇ ਇਸ ਦੀ ਖੋਜ ਕਿਸ ਤਰ੍ਹਾਂ ਕੀਤੀ। ਆਓ ਇਸ ਪਾਠ ਨੂੰ ਪੜ੍ਹੀਏ ਅਤੇ ਟੈਲੀਫੋਨ ਦੇ ਇਤਿਹਾਸ ਨੂੰ ਸਮਝੀਏ। ਟੈਲੀਫੋਨ ਦੀ ਕਹਾਣੀ ਵੀ ਅਜੀਬ ਹੈ। ਦੂਰ ਬੈਠ ਕੇ ਇੱਕ ਦੂਜੇ ਨਾਲ ਗੱਲ ਕਰ ਸਕਣੀ ਮਨੁੱਖ ਦੀ ਬੜੀ ਪੁਰਾਣੀ ਖਾਹਿਸ਼ ਸੀ। ਖਾਹਿਸ਼ ਮਤਲਬ ਇੱਛਾ। ਅਸੀਂ ਕਈ ਵਾਰ ਦੇਖਿਆ ਹੈ ਕਿ ਦੋ ਬੱਚੇ ਤੀਲੀਆਂ ਦੀਆਂ ਖਾਲੀ ਡੱਬੀਆਂ ਲੈ ਕੇ ਉਹਨਾਂ ਨੂੰ ਪੇਚਕ ਦੇ ਲੰਮੇ ਧਾਗੇ ਨਾਲ ਜੋੜ ਲੈਂਦੇ ਹਨ ਅਤੇ ਫਿਰ ਉਹ ਦੋ ਸਿਰਿਆਂ 'ਤੇ ਬੈਠ ਕੇ ਇਸ ਰਾਹੀਂ ਗੱਲਾਂ ਕਰਦੇ ਹਨ। ਤੁਸੀਂ ਇਹ ਸ਼ਾਇਦ ਆਪਣੇ ਬਚਪਨ ਵਿੱਚ ਦੇਖਿਆ ਹੈ ਜਾਂ ਨਹੀਂ ਦੇਖਿਆ, ਅਸੀਂ ਤਾਂ ਦੇਖਿਆ ਹੋਇਆ। ਤੀਲੀਆਂ ਦੀ ਖਾਲੀ ਡੱਬੀਆਂ ਲੈ ਕੇ ਉਹਨਾਂ ਨੂੰ ਸੂਤ ਦੇ ਮੋਟੇ ਧਾਗੇ ਨਾਲ ਦੋਨੋਂ ਪਾਸੇ ਉਹਨਾਂ ਦੇ ਗੰਢ ਮਾਰ ਲੈਂਦੇ ਸੀ। ਉਹਨਾਂ ਦੇ ਵਿੱਚੋਂ ਸ਼ੇਕ ਕਰਕੇ ਧਾਗਾ ਕੱਢ ਕੇ ਗੰਢ ਮਾਰ ਲਈ ਤਾਂ ਜੋ ਜਿਹੜਾ ਉਹ ਡੱਬੀ ਹੈ ਉਹ ਧਾਗੇ ਦੇ ਵਿੱਚ ਫਸ ਜਾਵੇ। ਅਤੇ ਫਿਰ ਇੱਕ ਡੱਬੀ ਇੱਕ ਬੱਚਾ ਫੜ ਲੈਂਦਾ ਸੀ, ਦੂਜਾ ਦੂਜੀ। ਉਹ ਡੱਬੀ ਦੇ ਵਿੱਚੋਂ ਬੋਲਦਾ ਸੀ ਤਾਂ ਉਹ ਆਵਾਜ਼ ਦੂਸਰੀ ਡੱਬੀ ਥਾਣੀ ਦੂਸਰੇ ਬੱਚੇ ਦੇ ਕੰਨ ਵਿੱਚ ਜਾਂਦੀ ਸੀ। ਉਹ ਫਿਰ ਦੋ ਸਿਰਿਆਂ 'ਤੇ ਬੈਠ ਕੇ ਇਸ ਰਾਹੀਂ ਗੱਲਾਂ ਕਰਦੇ ਸਨ। ਟੈਲੀਫੋਨ ਦਾ ਜਨਮਦਾਤਾ ਗ੍ਰਾਹਮ ਬੈਲ ਅਤੇ ਉਸਦਾ ਭਰਾ ਵੀ ਅਜਿਹੀਆਂ ਖੇਡਾਂ ਖੇਡਿਆ ਕਰਦੇ ਸਨ। ਤਾਂ ਸਾਨੂੰ ਇਸ ਲਾਈਨ ਤੋਂ ਪਤਾ ਚੱਲ ਗਿਆ ਕਿ ਟੈਲੀਫੋਨ ਦਾ ਜਨਮਦਾਤਾ ਕੌਣ ਹੈ। ਕੌਣ ਹੈ? ਗ੍ਰਾਹਮ ਬੈਲ। ਉਹਨਾਂ ਨੇ ਇਹਨਾਂ ਖੇਡਾਂ ਵਿੱਚ ਹੀ ਇੱਕ ਅਜਿਹਾ ਖੋਪਰੀਨੁਮਾ ਡੱਬਾ ਬਣਾ ਲਿਆ ਜਿਸ ਦਾ ਨਾਂ ਉਹਨਾਂ ਨੇ ਬੋਲਣ ਵਾਲਾ ਸਿਰ ਰੱਖਿਆ। ਜਦੋਂ ਗ੍ਰਾਹਮ ਦਾ ਭਰਾ ਮੈਲਵਿਲ ਉਸ ਬੋਲਣ ਵਾਲੇ ਸਿਰ ਦੇ ਜਬਾੜੇ ਨੂੰ ਹਿਲਾ ਕੇ ਸਾਹ ਲੈਣ ਵਾਲੀ ਨਾਲੀ ਵਿੱਚ ਫੂਕਾਂ ਮਾਰਦਾ ਸੀ ਤਾਂ ਉਸ ਖੋਪਰੀ ਵਿੱਚੋਂ ਸ਼ਬਦ ਨਿਕਲਦਾ ਸੀ, ਜਿਸ ਨੂੰ ਸੁਣ ਕੇ ਸਾਰੇ ਬੱਚੇ ਹੱਸਦੇ ਸਨ। ਉਹਨਾਂ ਨੇ ਇੱਕ ਡੱਬਾ ਬਣਾ ਲਿਆ। ਉਹ ਡੱਬੇ ਦੇ ਮੂੰਹ ਨੂੰ ਹਿਲਾਉਂਦੇ ਸੀ ਤਾਂ ਉਹਦੇ 'ਚ ਫੂਕ ਮਾਰਦੇ ਸੀ ਤਾਂ ਫੂਕ ਦੀ ਜਗ੍ਹਾ 'ਤੇ ਕੀ ਨਿਕਲਦਾ ਸੀ? ਕੋਈ ਨਾ ਕੋਈ ਸ਼ਬਦ ਨਿਕਲਦਾ ਸੀ। ਇਸ ਤਰ੍ਹਾਂ ਉਹਨਾਂ ਨੇ ਆਪਣੇ ਸਿਖਾਏ ਹੋਏ ਸ਼ਿਕਾਰੀ ਕੁੱਤੇ ਨਾਲ ਵੀ ਕਈ ਤਜਰਬੇ ਕੀਤੇ। ਉਹ ਕੁੱਤੇ ਦੇ ਮੂੰਹ ਨੂੰ ਕੁਝ ਇਸ ਤਰ੍ਹਾਂ ਦਬਾਉਂਦੇ ਸਨ ਕਿ ਉਸ ਦੇ ਮੂੰਹ ਵਿੱਚੋਂ ਨਿਕਲੀ ਆਵਾਜ਼ ਮਨੁੱਖੀ ਬੋਲਾਂ ਵਾਂਗ ਲੱਗਦੀ ਸੀ। ਗ੍ਰਾਹਮ ਬੈਲ ਵਿੱਚ ਕਾਢਾਂ ਕੱਢਣ ਦੀ ਸੁਭਾਵਿਕ ਰੁਚੀ ਸੀ। ਪਹਿਲਾਂ ਉਸਨੂੰ ਇੱਕ ਅਜਿਹੀ ਮਸ਼ੀਨ ਬਣਾਉਣ ਦਾ ਵਿਚਾਰ ਫੁਰਿਆ ਜਿਸ ਨਾਲ ਬੋਲਣਾ ਸਿਖਾਉਣ ਵਿੱਚ ਸੌਖ ਹੋਵੇ। ਫੁਰਿਆ ਮਤਲਬ ਆਈਡੀਆ ਆਇਆ, ਇੱਕਦਮ ਕੋਈ ਚੀਜ਼ ਤੁਹਾਨੂੰ ਸੁੱਝ ਜਾਂਦੀ ਹੈ। ਇਸ ਦੀ ਖੋਜ ਕਰਦਿਆਂ ਉਸਨੇ ਇੱਕ ਅਜਿਹਾ ਯੰਤਰ ਬਣਾਇਆ ਜਿਸ ਨਾਲ ਕਈ ਤਾਰ ਸੁਨੇਹੇ ਇਕੱਠੇ ਭੇਜੇ ਜਾ ਸਕਦੇ ਸਨ। ਇਸ ਤਰ੍ਹਾਂ ਉਸਨੇ ਇਸ ਨੂੰ ਹਾਰਮੋਨਿਕ ਟੈਲੀਗ੍ਰਾਫ ਦਾ ਨਾਂ ਦਿੱਤਾ। ਤਾਂ ਤਾਰ ਭੇਜਣੀ, ਜਿਹਨੂੰ ਟੈਲੀਗ੍ਰਾਮ ਭੇਜਣਾ ਕਹਿੰਦੇ ਨੇ, ਉਹ ਪਹਿਲਾਂ ਹੀ ਚੱਲ ਰਿਹਾ ਸੀਗਾ, ਪਰ ਉਸ ਸਮੇਂ ਇੱਕ ਹੀ ਤਾਰ ਭੇਜੀ ਜਾ ਸਕਦੀ ਸੀ। ਪਰ ਗ੍ਰਾਹਮ ਬੈਲ ਨੇ ਇਸ ਤਰ੍ਹਾਂ ਦਾ ਯੰਤਰ ਬਣਾਇਆ ਜਿਹਦੇ ਨਾਲ ਬਹੁਤ ਸਾਰੇ ਤਾਰ ਇਕੱਠੇ ਭੇਜੇ ਜਾ ਸਕਦੇ ਸੀ। ਗ੍ਰਾਹਮ ਤੋਂ 25 ਸਾਲ ਪਹਿਲਾਂ ਮੌਰਿਸ ਨੇ ਤਾਰ ਪ੍ਰਣਾਲੀ ਸ਼ੁਰੂ ਕੀਤੀ ਸੀ। ਅਨੇਕਾਂ ਕਾਰਡਕਾਰ ਬੋਲਣ ਵਾਲੇ ਯੰਤਰ ਦੀ ਕਾਢ ਵਿੱਚ ਲੱਗੇ ਹੋਏ ਸਨ। ਗ੍ਰਾਹਮ ਨੂੰ ਇਹੋ ਚਿੰਤਾ ਸੀ ਕਿ ਇਸ ਤਰ੍ਹਾਂ ਦਾ ਯੰਤਰ ਕੋਈ ਹੋਰ ਉਸ ਤੋਂ ਪਹਿਲਾਂ ਨਾ ਬਣਾ ਲਵੇ। ਇਸ ਪੈਰੇ ਵਿੱਚ ਸਾਨੂੰ ਪਤਾ ਲੱਗਿਆ ਕਿ ਤਾਰ ਪ੍ਰਣਾਲੀ, ਜਿਸ ਨੂੰ ਟੈਲੀਗ੍ਰਾਮ ਵੀ ਕਹਿੰਦੇ ਨੇ,
ਉਹ ਮੌਰਿਸ ਨਾਂ ਦੇ ਵਿਗਿਆਨੀ ਨੇ ਗ੍ਰਾਹਮ ਤੋਂ 25 ਸਾਲ ਪਹਿਲਾਂ ਬਣਾ ਲਈ ਸੀ। ਟੈਲੀਗ੍ਰਾਮ 'ਚ ਕੀ ਹੁੰਦਾ ਹੈ ਕਿ ਜੋ ਸੰਦੇਸ਼ ਕਿਸੇ ਨੇ ਕਿਸੇ ਦੂਰ ਦੇ ਸਥਾਨ 'ਤੇ ਭੇਜਣਾ ਹੁੰਦਾ ਹੈ, ਉਹ ਇੱਕ ਜਗ੍ਹਾ 'ਤੇ ਤਾਰ 'ਤੇ ਟਾਈਪ ਕੀਤਾ ਜਾਂਦਾ ਹੈ ਅਤੇ ਉਹ ਦੂਸਰੀ ਜਗ੍ਹਾ 'ਤੇ ਉਸੇ ਸੰਦੇਸ਼ ਉਸੇ ਰੂਪ ਵਿੱਚ ਟਾਈਪ ਹੋ ਜਾਂਦਾ ਹੈ ਅਤੇ ਜਿਸ ਇਨਸਾਨ ਤੱਕ ਪਹੁੰਚਾਉਣਾ ਹੁੰਦਾ ਉਸ ਤੱਕ ਪਹੁੰਚਾ ਦਿੱਤਾ ਜਾਂਦਾ ਹੈ। ਪਰ ਗ੍ਰਾਹਮ ਬੈਲ ਚਾਹੁੰਦਾ ਸੀ ਕੋਈ ਇਸ ਤਰ੍ਹਾਂ ਦਾ ਯੰਤਰ ਬਣਾਇਆ ਜਾਵੇ ਜਿਸ ਨਾਲ ਕਿ ਚੀਜ਼ ਨੂੰ ਬੋਲ ਕੇ ਹੀ ਉਸ ਬੋਲਾਂ ਨੂੰ ਦੂਜੇ ਪਾਸੇ ਪਹੁੰਚਾਇਆ ਜਾ ਸਕੇ। ਗ੍ਰਾਹਮ ਬੈਲ ਨੇ ਆਪਣੇ ਇੱਕ ਮਕੈਨਿਕ ਦੋਸਤ ਥਾਮਸ ਏ ਵਾਟਸਨ ਨਾਲ ਰਲ ਕੇ ਪਹਿਲਾ ਟੈਲੀਫੋਨ ਯੰਤਰ ਬਣਾ ਲਿਆ। ਉਸਨੇ ਜੋ ਪਹਿਲਾ ਯੰਤਰ ਬਣਾਇਆ ਉਸ ਵਿੱਚ ਤਾਰ ਰਾਹੀਂ ਬਿਜਲੀ ਭੇਜ ਕੇ ਆਵਾਜ਼ ਦੀਆਂ ਧੁਨੀਆਂ ਪੈਦਾ ਕੀਤੀਆਂ ਜਾਂਦੀਆਂ ਸਨ ਅਤੇ ਟਰਾਂਸਮੀਟਰ ਲਈ ਇੱਕੋ ਡਾਇਆਫ੍ਰਾਮ ਸੀ। 3 ਮਾਰਚ 1876 ਨੂੰ ਇਸ ਦੀ ਪਹਿਲੀ ਪ੍ਰਦਰਸ਼ਨੀ ਕੀਤੀ ਗਈ। ਪ੍ਰਦਰਸ਼ਨੀ ਭਾਵ ਕਿਸੇ ਚੀਜ਼ ਨੂੰ ਲੋਕਾਂ ਦੇ ਦੇਖਣ ਵਾਸਤੇ ਰੱਖਣਾ, ਉਸਦੀ ਨੁਮਾਇਸ਼ ਕਰਨੀ, ਐਗਜ਼ੀਬਿਸ਼ਨ ਲਗਾਉਣੀ। ਗ੍ਰਾਹਮ ਬੈਲ ਨੇ ਆਪਣੇ ਸੌਣ ਵਾਲੇ ਕਮਰੇ ਵਿੱਚੋਂ ਵਾਟਸਨ ਨੂੰ ਇਹ ਸੁਨੇਹਾ ਯੰਤਰ ਰਾਹੀਂ ਭੇਜਿਆ, ਵਾਟਸਨ ਛੇਤੀ ਆਓ, ਇੱਥੇ ਤੁਹਾਡੀ ਲੋੜ ਹੈ। ਇਹ ਘਟਨਾ ਅੱਜ ਅਮਰੀਕੀ ਲੋਕਾਂ ਵਿੱਚ ਦੰਦ ਕਥਾ ਬਣ ਗਈ ਹੈ। ਦੰਦ ਕਥਾ ਹੁੰਦੀ ਹੈ ਉਹ ਕਹਾਣੀ ਜਿਹੜੀ ਲੋਕਾਂ ਦੇ ਮੂੰਹਾਂ 'ਤੇ ਚੜ੍ਹ ਜਾਵੇ ਅਤੇ ਉਸ ਤੋਂ ਬਾਅਦ ਅੱਗੇ ਅੱਗੇ ਲੋਕਾਂ ਦੇ ਮੂੰਹਾਂ ਰਾਹੀਂ ਹੀ ਤੁਰਦੀ ਜਾਵੇ, ਕਿ ਕੋਈ ਰਿਟਨ ਡਾਕੂਮੈਂਟ ਨਹੀਂ ਹੈ ਕਿ ਉਸਨੇ ਇਸ ਤਰ੍ਹਾਂ ਕਿਹਾ ਸੀ, ਪਰ ਲੋਕਾਂ ਦੇ ਮੂੰਹਾਂ 'ਤੇ ਇਹ ਕਹਾਣੀ ਚੜ੍ਹੀ ਹੋਈ ਹੈ ਕਿ ਉਸਨੇ ਜਦੋਂ ਟੈਲੀਫੋਨ ਦਾ ਪਰੀਖਣ ਕੀਤਾ ਸੀ ਤਾਂ ਉਸਨੇ ਇਹ ਸੰਦੇਸ਼ ਭੇਜਿਆ ਸੀ। ਇਸ ਯੰਤਰ ਦੀ ਦੂਜੀ ਪ੍ਰਦਰਸ਼ਨੀ ਗ੍ਰਾਹਮ ਬੈਲ ਨੇ ਫਿਲਾਡੈਲਫੀਆ ਸ਼ਤਾਬਦੀ ਦੇ ਇੱਕ ਸਮਾਰੋਹ ਵਿੱਚ 1876 ਈਸਵੀ ਵਿੱਚ ਹੀ ਕਰ ਦਿੱਤੀ ਸੀ। ਤਾਂ ਪਹਿਲੀ ਉਹ ਸੀ ਜਿਹੜੀ ਉਸਨੇ ਕਮਰੇ ਵਿੱਚ ਕੀਤੀ ਸੀ ਅਤੇ ਦੂਸਰੀ ਉਹ ਸੀ ਜਿਹੜੀ ਉਸਨੇ ਫਿਲਾਡੈਲਫੀਆ ਸ਼ਤਾਬਦੀ ਦੇ ਇੱਕ ਸਮਾਰੋਹ ਵਿੱਚ ਕੀਤੀ ਸੀ। ਇਸ ਪਿੱਛੋਂ 1876 ਈਸਵੀ ਵਿੱਚ ਬੈਲ ਟੈਲੀਫੋਨ ਪ੍ਰਣਾਲੀ ਦੀ ਬਕਾਇਦਾ ਸਥਾਪਨਾ ਕਰ ਲਈ ਗਈ। ਤਾਂ ਬੈਲ ਟੈਲੀਫੋਨ ਪ੍ਰਣਾਲੀ ਕਦੋਂ ਸਥਾਪਿਤ ਹੋਈ? 1876 ਈਸਵੀ ਵਿੱਚ। ਗ੍ਰਾਹਮ ਬੈਲ ਨੇ ਅਮਰੀਕਾ ਦੀ ਇਸ ਟੈਲੀਫੋਨ ਪ੍ਰਣਾਲੀ ਦਾ ਨਾਂ ਆਪਣੇ ਨਾਂ 'ਤੇ ਰੱਖਿਆ ਅਤੇ ਬੈਲ ਇਸ ਦਾ ਚਿੰਨ੍ਹ ਬਣ ਗਿਆ। ਤਾਂ ਹੁਣ ਅਸੀਂ ਟੈਲੀਫੋਨ ਦੀ ਘੰਟੀ ਨੂੰ ਬੈਲ ਇਸ ਕਰਕੇ ਹੀ ਕਹਿੰਦੇ ਹਾਂ ਕਿਉਂਕਿ ਇਸ ਦੀ ਖੋਜ ਗ੍ਰਾਹਮ ਬੈਲ ਨੇ ਕੀਤੀ ਸੀ, ਇਸ ਲਈ ਇਸ ਨੂੰ ਬੈਲ ਨਾਮ ਦਿੱਤਾ ਗਿਆ ਸੀ। ਟੈਲੀਫੋਨ ਦੀ ਹੁਣ ਦੀ ਸ਼ਕਲ ਬਣਾਉਣ ਵਿੱਚ ਕਈ ਵਿਗਿਆਨਕਾਂ ਨੇ ਕੰਮ ਕੀਤਾ ਹੈ। ਉਸ ਸਮੇਂ ਜੋ ਟੈਲੀਫੋਨ ਗ੍ਰਾਹਮ ਬੈਲ ਨੇ ਬਣਾਇਆ ਸੀ ਉਹ ਕੁਝ ਵੱਖਰੀ ਸ਼ਕਲ ਦਾ ਸੀ, ਪਰ ਜੋ ਅੱਜ ਅਸੀਂ ਇਸ ਦੀ ਸ਼ਕਲ ਦੇਖਦੇ ਹਾਂ ਉਸ ਪਿੱਛੇ ਬਹੁਤ ਸਾਰੇ ਵਿਗਿਆਨਕਾਂ ਦਾ ਹੱਥ ਹੈ। ਬੈਲ ਨੇ ਇਸ ਯੰਤਰ ਨੂੰ ਮੁਕੰਮਲ ਕਰਨ ਪਿੱਛੋਂ ਯਤਨ ਨਹੀਂ ਕੀਤੇ ਅਤੇ ਉਹ ਹੋਰ ਕਾਢਾਂ ਵੱਲ ਲੱਗ ਗਿਆ। ਕਾਢਾਂ ਮਤਲਬ ਖੋਜਾਂ ਵੱਲ। ਉਹ ਬਚਪਨ ਵਿੱਚ ਚੰਚਲ ਸੁਭਾਅ ਦਾ ਸੀ ਅਤੇ ਕਈ ਨਵੀਆਂ ਖੋਜਾਂ ਵੱਲ ਝੁਕਿਆ। ਟੈਲੀਫੋਨ ਦੇ ਇਸ ਕਾਢ ਬਦਲੇ ਵੀ ਉਸਨੂੰ ਕਾਫੀ ਇਨਾਮ ਮਿਲੇ। ਉਸਨੂੰ ਫਰਾਂਸੀਸੀ ਸਰਕਾਰ ਵੱਲੋਂ 50 ਫਰੈਂਕ ਦਾ ਵੋਲਟਾ ਇਨਾਮ ਮਿਲਿਆ। ਅੱਜ ਟੈਲੀਫੋਨ ਰਾਹੀਂ ਸਾਰਾ ਸੰਸਾਰ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ। ਧਰਤੀ ਉੱਪਰ ਤੇ ਪਾਣੀ ਹੇਠਾਂ ਵਿਛੀਆਂ ਤਾਰਾਂ ਤੇ ਕੇਬਲਾਂ ਰਾਹੀਂ ਅਸੀਂ ਦੂਰ ਬੈਠੇ ਮਿੱਤਰਾਂ ਨਾਲ ਸੰਪਰਕ ਕਾਇਮ ਕਰਕੇ ਗੱਲਾਂ ਕਰ ਸਕਦੇ ਹਾਂ। ਇਹ ਕਰਾਮਾਤ ਗ੍ਰਾਹਮ ਬੈਲ ਵਰਗੇ ਖੋਜੀਆਂ ਦੀ ਹੀ ਹੈ। ਅੱਜ ਟੈਲੀਫੋਨ ਚੁੰਬਕ ਰਾਹੀਂ ਕੰਮ ਕਰਦਾ ਹੈ ਅਤੇ ਇਸ ਕਰਾਮਾਤੀ ਕਾਢ ਨੇ ਸਮੇਂ ਤੇ ਸਥਾਨ ਦੀ ਵਿੱਥ ਘਟਾ ਦਿੱਤੀ ਹੈ। ਉਸ ਸਮੇਂ ਟੈਲੀਫੋਨ ਸਿਰਫ ਤਾਰਾਂ ਦੇ ਰਾਹੀਂ ਕੰਮ ਕਰਦਾ ਸੀ। ਅੱਜ ਤਾਰਾਂ ਦੇ ਤੋਂ ਇਲਾਵਾ ਚੁੰਬਕ, ਜਿਨ੍ਹਾਂ ਨੂੰ ਮੈਗਨੈਟਿਕ ਵੇਵਸ ਕਹਿੰਦੇ ਨੇ, ਉਹਨਾਂ ਰਾਹੀਂ ਹੀ ਕੰਮ ਕਰਦਾ ਹੈ। ਤੁਹਾਡੇ ਮੋਬਾਈਲ ਫੋਨ ਉਹਨਾਂ ਮੈਗਨੈਟਿਕ ਵੇਵਸ ਕਰਕੇ ਹੀ ਕੰਮ ਕਰਦੇ ਨੇ, ਕਿਉਂਕਿ ਕੋਈ ਤਾਰ ਤਾਂ ਲੱਗੀ ਨਹੀਂ ਹੁੰਦੀ। ਤਾਂ ਇੱਕ ਟਾਵਰ ਤੋਂ ਮੈਗਨੈਟਿਕ ਵੇਵਸ ਐਮਿਟ ਕੀਤੀਆਂ ਜਾਂਦੀਆਂ ਨੇ, ਜਿਨ੍ਹਾਂ ਨੂੰ ਕਿ ਤੁਹਾਡਾ ਟੈਲੀਫੋਨ ਕੈਚ ਕਰਦਾ ਹੈ ਅਤੇ ਉਸ ਨੈਟਵਰਕ ਰਾਹੀਂ ਉਹ ਆਪਣੀ ਗੱਲ ਕਰਦਾ ਹੈ। ਗ੍ਰਾਹਮ ਬੈਲ ਨੇ 1898 ਤੋਂ 1903 ਤੱਕ ਨੈਸ਼ਨਲ ਜਿਓਗ੍ਰਾਫੀ ਸੁਸਾਇਟੀ ਦਾ ਪ੍ਰਧਾਨ ਬਣਿਆ ਰਿਹਾ। ਇਸ ਤਰ੍ਹਾਂ ਉਹ ਕਈ ਕੌਮਾਂਤਰੀ ਵਿਗਿਆਨਿਕ ਸਭਾਵਾਂ ਦਾ ਪ੍ਰਤੀਨਿਧ ਵੀ ਰਿਹਾ। ਪ੍ਰਤੀਨਿਧ ਹੋਣਾ ਉਹਨਾਂ ਦਾ ਅੱਗੇ ਉਹਨਾਂ ਦਾ ਨੇਤਾ ਹੋਣਾ, ਉਹਨਾਂ ਦੇ ਅੱਗੇ ਉਹਨਾਂ ਨੂੰ ਰਿਪਰੈਜ਼ੈਂਟ ਕਰਨਾ। ਉਸ ਦਾ ਘਰ ਸੰਸਾਰ ਦੇ ਵਿਗਿਆਨੀਆਂ ਦਾ ਵਿਸ਼ਰਾਮ ਘਰ ਬਣਿਆ ਰਿਹਾ। ਵਿਸ਼ਰਾਮ ਘਰ ਇਸ ਕਰਕੇ ਕਿਉਂਕਿ ਉਸ ਕੋਲ ਸੰਸਾਰ ਦੇ ਬਹੁਤ ਸਾਰੇ ਵਿਗਿਆਨੀ ਆ ਕੇ ਠਹਿਰਦੇ ਸਨ। ਸੰਸਾਰ ਭਰ ਦੇ ਸਾਇੰਸਦਾਨ ਖੋਜੀ ਉਸ ਨੂੰ ਮਿਲਣ ਆਉਂਦੇ ਅਤੇ ਵਿਚਾਰ ਵਟਾਂਦਰਾ ਕਰਦੇ ਸਨ। ਆਪਣੀ ਉਮਰ ਦੇ ਆਖਰੀ ਦਿਨਾਂ ਤੱਕ ਉਹ ਨਵੀਆਂ ਖੋਜਾਂ ਵਿੱਚ ਲੱਗਿਆ ਰਿਹਾ। ਉਹ ਅਕਸਰ ਸਕੂਲਾਂ ਕਾਲਜਾਂ ਵਿੱਚ ਭਾਸ਼ਣ ਦੇਣ ਜਾਂਦਾ। ਉਸਨੇ ਕਈ ਵਾਰ ਵਿਦਿਆਰਥੀਆਂ ਦੇ ਜਲਸੇ ਵਿੱਚ ਭਾਸ਼ਣ ਦਿੰਦਿਆਂ ਕਿਹਾ ਸੀ, ਮੈਂ ਇਹ ਨਹੀਂ ਕਹਿ ਸਕਦਾ ਕਿ ਸਭ ਮੱਛੀਆਂ ਜ਼ਰੂਰ ਬੋਲਣਾ ਜਾਣਦੀਆਂ ਹਨ। ਜੇ ਮੇਰੇ ਕੋਲ ਸੁਣਨ ਲਈ ਕੋਈ ਗੱਲ ਨਹੀਂ ਤਾਂ ਉਹਨਾਂ ਕੋਲ ਕੰਨ ਕਿਉਂ ਹਨ। ਤਾਂ ਇੱਥੇ ਗ੍ਰਾਹਮ ਬੈਲ ਦੀ ਇੱਕ ਹੋਰ ਇੱਛਾ ਦਾ ਸਾਨੂੰ ਪਤਾ ਲੱਗ ਰਿਹਾ ਹੈ ਕਿ ਉਹਨੂੰ ਲੱਗਦਾ ਹੈ ਕਿ ਮੱਛੀਆਂ ਵੀ ਸੁਣ ਸਕਦੀਆਂ ਨੇ ਸਾਡੇ ਗੱਲ ਨੂੰ, ਵੀ ਜੇ ਉਹਨਾਂ ਕੋਲ ਸੁਣਨ ਲਈ ਕੋਈ ਗੱਲ ਹੀ ਨਹੀਂ ਹੈ ਤਾਂ ਉਹਨਾਂ ਕੋਲ ਕੰਨ ਕਿਉਂ ਹਨ।
ਤਾਂ ਉਹਨੂੰ ਲੱਗਦਾ ਕਿ ਅਸੀਂ ਮੱਛੀਆਂ ਨਾਲ ਵੀ ਗੱਲਬਾਤ ਕਰ ਸਕਦੇ ਹਾਂ, ਪਰ ਉਹ ਕੁਝ ਚਾਹੁੰਦਾ ਕਿ ਇਸ ਤਰ੍ਹਾਂ ਦਾ ਯੰਤਰ ਬਣੇ ਜਿਹਦੇ ਨਾਲ ਕਿ ਮੱਛੀਆਂ ਨਾਲ ਵੀ ਗੱਲਬਾਤ ਹੋ ਸਕੇ। ਪਰ ਇਸ ਦਾ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਮੁੰਦਰ ਦੀਆਂ ਲਹਿਰਾਂ ਦੇ ਹੇਠਾਂ ਆਵਾਜ਼ ਦਾ ਸੰਸਾਰ ਲੁਕਿਆ ਪਿਆ ਹੈ, ਜਿਸ ਨੂੰ ਅਸਾਂ ਖੋਜਣਾ ਹੈ। ਸ਼ਾਇਦ ਤੁਹਾਡੇ ਵਿੱਚੋਂ ਕੋਈ ਖੋਜ ਲਵੇ। ਕੋਈ ਵੀ ਆਦਮੀ ਭਾਵੇਂ ਕਿੰਨਾ ਹੀ ਪੜ੍ਹਿਆ ਲਿਖਿਆ ਹੋਵੇ, ਉਹ ਵਿਚਾਰਾਂ ਦੀ ਮੌਲਿਕਤਾ ਬਾਝੋਂ ਕੋਈ ਖੋਜ ਨਹੀਂ ਕਰ ਸਕਦਾ। ਮੌਲਿਕਤਾ ਹੁੰਦਾ ਹੈ ਬਿਲਕੁਲ ਆਪਣੇ ਤੇ ਨਵੇਂ ਵਿਚਾਰ। ਕਿਸੇ ਹੋਰ ਦੇ ਵਿਚਾਰਾਂ ਨੂੰ ਚੋਰੀ ਕਰਕੇ ਅਸੀਂ ਕੁਝ ਕਰ ਤਾਂ ਸਕਦੇ ਹਾਂ, ਪਰ ਉਹ ਉਹਨਾਂ ਵਧੀਆ ਨਹੀਂ ਹੋ ਸਕਦਾ। ਉਹੀ ਇਨਸਾਨ ਵਧੀਆ ਤਰੱਕੀ ਕਰ ਸਕਦਾ ਹੈ ਜਿਸ ਦੇ ਵਿਚਾਰ ਆਪਣੇ ਮੌਲਿਕ ਹੋਣ। ਅੱਜ ਜੋ ਕੁਝ ਵੀ ਉਸਨੇ ਲੱਭਿਆ ਹੈ ਤੇ ਜਿਸ ਨਾਲ ਮਨੁੱਖੀ ਜਾਤੀ ਨੂੰ ਲਾਭ ਪਹੁੰਚਿਆ ਹੈ, ਸਾਰਾ ਕੁਝ ਇਹਨਾਂ ਮੌਲਿਕ ਵਿਚਾਰਾਂ ਵਾਲੇ ਉਦਮੀ ਬੰਦਿਆਂ ਦੇ ਸਦਕੇ ਹੀ ਹੈ। ਤਾਂ ਗ੍ਰਾਹਮ ਬੈਲ ਨੇ ਵੀ ਟੈਲੀਫੋਨ ਇਸੇ ਕਰਕੇ ਲੱਭਿਆ ਕਿਉਂਕਿ ਉਸ ਕੋਲ ਵੀ ਇੰਸਪੀਰੇਸ਼ਨ ਸੀ ਇਹੋ ਜਿਹੇ ਲੋਕਾਂ ਦੀ ਜਿਹੜੇ ਕਿ ਆਪਣੇ ਮੌਲਿਕ ਵਿਚਾਰਾਂ ਕਰਕੇ ਕੁਛ ਨਾ ਕੁਛ ਕੰਮ ਕਰਦੇ ਨੇ, ਕੁਛ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਨੇ। ਤਾਂ ਬੱਚੋ, ਇਹ ਸੀ ਸਾਡਾ ਪਾਠ ਟੈਲੀਫੋਨ। ਇਸ ਤੋਂ ਸਾਨੂੰ ਇੱਕ ਤਾਂ ਟੈਲੀਫੋਨ ਦਾ ਇਤਿਹਾਸ ਪਤਾ ਲੱਗਿਆ ਤੇ ਦੂਜੀ ਇੱਕ ਸਾਨੂੰ ਬਹੁਤ ਹੀ ਮਹੱਤਵਪੂਰਨ ਸਿੱਖਿਆ ਮਿਲੀ। ਉਹ ਸਿੱਖਿਆ ਇਹ ਹੈ ਕਿ ਸਾਨੂੰ ਕੁਝ ਨਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਕੁਝ ਨਾ ਕੁਝ ਮੌਲਿਕ ਜਿਹੜਾ ਕਿ ਸਿਰਫ ਤੁਸੀਂ ਕਰ ਰਹੇ ਹੋ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਅਜਿਹਾ ਕਰਕੇ ਹੀ ਅਸੀਂ ਦੁਨੀਆ ਨੂੰ ਕੋਈ ਨਾ ਕੋਈ ਲਾਭ ਦੇ ਸਕਦੇ ਹਾਂ, ਕੋਈ ਨਵੀਂ ਚੀਜ਼ ਦੀ ਖੋਜ ਕਰ ਸਕਦੇ ਹਾਂ। ਇਹ ਦੁਨੀਆ ਵਿੱਚ ਅੱਜ ਜੋ ਵੀ ਕੁਝ ਹੈ, ਜਿੰਨੇ ਵੀ ਸੁੱਖ ਆਰਾਮ ਅਸੀਂ ਮਾਣ ਰਹੇ ਹਾਂ, ਇਹ ਉਹਨਾਂ ਲੋਕਾਂ ਦੇ ਬਦੌਲਤ ਹੀ ਹੈ ਜਿਨ੍ਹਾਂ ਨੇ ਕੁਝ ਮੌਲਿਕ ਕਰਨ ਦਾ ਸੋਚਿਆ। ਜੇ ਗ੍ਰਾਹਮ ਬੈਲ ਸੋਚਦਾ ਹੀ ਨਾ ਟੈਲੀਫੋਨ ਬਣਾਉਣ ਦਾ, ਤਾਂ ਅੱਜ ਅਸੀਂ ਇਸ ਟੈਲੀਫੋਨ 'ਤੇ ਗੱਲ ਕਿਵੇਂ ਕਰਦੇ। ਤਾਂ ਸਾਡੇ ਕੋਲ ਇੰਨੀ ਜ਼ਿਆਦਾ ਤਕਨੀਕ ਆ ਚੁੱਕੀ ਹੈ, ਇੰਨੇ ਸੁੱਖ ਆਰਾਮ ਆ ਚੁੱਕੇ ਨੇ। ਇਹ ਸਭ ਮੌਲਿਕ ਖੋਜ ਵਾਲੇ ਉਦਮੀ ਹੁੰਦਾ ਉਹ ਵਿਅਕਤੀ ਜਿਹੜਾ ਬਿਲਕੁਲ ਸੁਸਤੀ ਨਾ ਕਰੇ, ਕੰਮ ਕਰਨ ਦਾ ਸੋਚੇ, ਉਹਨਾਂ ਦੀ ਬਦੌਲਤ ਹੀ ਹੈ। ਤਾਂ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਕਿ ਅਸੀਂ ਉਦਮੀ ਬਣੀਏ, ਕੁਝ ਨਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰੀਏ। ਇਹ ਹੈ ਸਾਡਾ ਪਾਠ ਟੈਲੀਫੋਨ। ਆਓ ਹੁਣ ਅਸੀਂ ਉਸ ਦਾ ਅਭਿਆਸ ਹੱਲ ਕਰਦੇ ਹਾਂ। ਅਭਿਆਸ ਵਿੱਚ ਸਭ ਤੋਂ ਪਹਿਲਾ ਪ੍ਰਸ਼ਨ ਹੈ, ਟੈਲੀਫੋਨ ਦੀ ਕਾਢ ਕਿਸਨੇ ਕੱਢੀ। ਤਾਂ ਇਸ ਦਾ ਉੱਤਰ ਤੁਹਾਨੂੰ ਹੁਣ ਤੱਕ ਪਤਾ ਲੱਗ ਹੀ ਗਿਆ ਹੈ। ਟੈਲੀਫੋਨ ਦੀ ਕਾਢ ਗ੍ਰਾਹਮ ਬੈਲ ਨੇ ਕੱਢੀ। ਅਗਲਾ ਪ੍ਰਸ਼ਨ ਹੈ, ਗ੍ਰਾਹਮ ਬੈਲ ਦੇ ਭਰਾ ਦਾ ਨਾਂ ਕੀ ਸੀ। ਇਸ ਦਾ ਉੱਤਰ ਹੈ, ਗ੍ਰਾਹਮ ਬੈਲ ਦੇ ਭਰਾ ਦਾ ਨਾਂ ਮੈਲਵਿਲ ਸੀ। ਅਗਲਾ ਪ੍ਰਸ਼ਨ ਹੈ, ਤਾਰ ਪ੍ਰਣਾਲੀ ਕਿਸਨੇ ਸ਼ੁਰੂ ਕੀਤੀ ਸੀ। ਤਾਂ ਇਸ ਦਾ ਉੱਤਰ ਹੈ, ਤਾਰ ਪ੍ਰਣਾਲੀ ਮੌਰਿਸ ਨੇ ਸ਼ੁਰੂ ਕੀਤੀ ਸੀ। ਤੇ ਆਖਰੀ ਪ੍ਰਸ਼ਨ ਹੈ, ਬੈਲ ਟੈਲੀਫੋਨ ਪ੍ਰਣਾਲੀ ਦੀ ਸਥਾਪਨਾ ਕਦੋਂ ਹੋਈ। ਤਾਂ ਇਸ ਦਾ ਉੱਤਰ ਲਿਖਣਾ ਹੈ, ਬੈਲ ਟੈਲੀਫੋਨ ਪ੍ਰਣਾਲੀ ਦੀ ਸਥਾਪਨਾ 1876 ਈਸਵੀ ਵਿੱਚ ਹੋਈ। ਇਸ ਤੋਂ ਬਾਅਦ ਤੁਹਾਡੇ ਪਾਠ ਵਿੱਚ ਹਨ ਸਹੀ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ। ਤੁਹਾਨੂੰ 5 ਵਾਕ ਦਿੱਤੇ ਗਏ ਹਨ ਅਤੇ ਉੱਪਰ 5 ਹੀ ਸ਼ਬਦ ਦਿੱਤੇ ਹੋਏ ਹਨ। ਤੁਸੀਂ ਸਹੀ ਵਾਕ ਵਿੱਚ ਸਹੀ ਸ਼ਬਦ ਭਰਨਾ ਹੈ। ਪਹਿਲਾ ਵਾਕ ਹੈ, ਉਹਨਾਂ ਨੇ ਖੇਡਾਂ ਵਿੱਚ ਹੀ ਇੱਕ ਅਜਿਹਾ ਡੈਸ਼ ਡੱਬਾ ਜਿਹਾ ਬਣਾ ਲਿਆ। ਤਾਂ ਇਸ ਵਿੱਚ ਆਏਗਾ ਖੋਪਰੀਨੁਮਾ। ਅਗਲਾ ਵਾਕ ਹੈ, ਡੈਸ਼ ਵਿੱਚ ਕਾਢਾਂ ਕੱਢਣ ਦੀ ਸੁਭਾਵਿਕ ਰੁਚੀ ਸੀ। ਤਾਂ ਇਸ ਵਿੱਚ ਆਏਗਾ ਗ੍ਰਾਹਮ ਬੈਲ। ਤੀਸਰਾ ਵਾਕ ਹੈ, 3 ਮਾਰਚ 1876 ਨੂੰ ਇਸ ਦੀ ਪਹਿਲੀ ਡੈਸ਼ ਕੀਤੀ ਗਈ, ਪਹਿਲੀ ਪ੍ਰਦਰਸ਼ਨੀ ਕੀਤੀ ਗਈ। ਚੌਥਾ ਵਾਕ ਹੈ, ਅੱਜ ਟੈਲੀਫੋਨ ਰਾਹੀਂ ਸਾਰਾ ਡੈਸ਼ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ, ਸਾਰਾ ਸੰਸਾਰ। ਤੇ ਆਖਰੀ ਵਾਕ ਹੈ, ਉਸ ਦਾ ਘਰ ਸੰਸਾਰ ਦੇ ਡੈਸ਼ ਦਾ ਵਿਸ਼ਰਾਮ ਘਰ ਬਣਿਆ ਰਿਹਾ। ਇਸ ਵਿੱਚ ਆਵੇਗਾ ਵਿਗਿਆਨੀਆਂ। ਇਸ ਤੋਂ ਬਾਅਦ ਸਾਡੇ ਕੋਲ ਹੈ ਤੀਸਰਾ ਪ੍ਰਸ਼ਨ, ਵਾਕਾਂ ਵਿੱਚ ਵਰਤੋ। ਉਸ ਵਿੱਚ ਪਹਿਲਾ ਵਾਕ ਹੈ ਮੌਲਿਕ। ਮੌਲਿਕ ਦਾ ਅਰਥ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ, ਜੋ ਚੀਜ਼ ਕਿਸੇ ਦੀ ਆਪਣੀ ਹੋਵੇ, ਉਸਨੇ ਆਪ ਬਣਾਈ ਹੋਵੇ। ਤਾਂ ਇਸ ਵਿੱਚ ਅਸੀਂ ਵਾਕ ਬਣਾ ਸਕਦੇ ਹਾਂ, ਇਹ ਕਹਾਣੀ ਮੇਰੀ ਮੌਲਿਕ ਰਚਨਾ ਹੈ। ਅਗਲਾ ਸ਼ਬਦ ਹੈ ਉਦਮੀ। ਤਾਂ ਇਸ ਦਾ ਵਾਕ ਬਣ ਸਕਦਾ ਹੈ, ਮਨੀ ਬਹੁਤ ਉਦਮੀ ਹੈ। ਉਦਮੀ ਉਹ ਵਿਅਕਤੀ ਹੁੰਦਾ ਹੈ ਜਿਹੜਾ ਬਿਲਕੁਲ ਵੀ ਸੁਸਤੀ ਨਹੀਂ ਕਰਦਾ ਤੇ ਹਰ ਕੰਮ ਕਰਨ ਲਈ ਅੱਗੇ ਵੱਧ ਕੇ ਕੰਮ ਕਰਦਾ ਹੈ। ਤੀਸਰਾ ਸ਼ਬਦ ਹੈ ਸੁਭਾਵਿਕ। ਸੁਭਾਵਿਕ ਹੁੰਦਾ ਹੈ ਆਪਣੇ ਆਪ ਹੀ ਕੋਈ ਚੀਜ਼ ਹੋ ਜਾਣੀ ਬਿਨਾਂ ਕਿਸੇ ਖਾਸ ਯਤਨ ਦੇ। ਤਾਂ ਇਸ ਦਾ ਉੱਤਰ ਆਏਗਾ, ਮੈਂ ਸੁਭਾਵਿਕ ਹੀ ਉਸਦੇ ਘਰ ਚਲਾ ਗਿਆ। ਚੌਥਾ ਹੈ ਪ੍ਰਦਰਸ਼ਨੀ। ਪ੍ਰਦਰਸ਼ਨੀ ਦਾ ਭਾਵ ਕਿਸੇ ਚੀਜ਼ ਦੀ ਐਗਜ਼ੀਬਿਸ਼ਨ ਲਾਉਣੀ, ਉਸਨੂੰ ਦੇਖਣ ਲਈ ਰੱਖਣਾ। ਤਾਂ ਇਸ ਦਾ ਵਾਕ ਬਣ ਸਕਦਾ ਹੈ, ਅਸੀਂ ਫੁੱਲਾਂ ਦੀ ਪ੍ਰਦਰਸ਼ਨੀ ਲਗਾਈ।
ਅਗਲਾ ਸ਼ਬਦ ਹੈ ਦੰਦ ਕਥਾ। ਤਾਂ ਦੰਦ ਕਥਾ ਹੁੰਦੀ ਹੈ ਉਹ ਕਹਾਣੀ ਜਿਹੜੀ ਲੋਕਾਂ ਦੇ ਮੂੰਹਾਂ ਰਾਹੀਂ, ਲੋਕਾਂ ਦੇ ਦੰਦਾਂ ਰਾਹੀਂ, ਉਹਨਾਂ ਦੇ ਬੋਲਣ ਰਾਹੀਂ ਅੱਗੇ ਅੱਗੇ ਵਧੇ। ਤਾਂ ਇਸ ਦਾ ਵਾਕ ਬਣੇਗਾ ਟੈਲੀਫੋਨ ਦੀ ਕਹਾਣੀ ਦੰਦ ਕਥਾ ਬਣ ਗਈ ਸੀ। ਅਗਲਾ ਸ਼ਬਦ ਹੈ ਸੰਪਰਕ। ਸੰਪਰਕ ਮਤਲਬ ਕੰਟੈਕਟ। ਤਾਂ ਇਸ ਦਾ ਵਾਕ ਬਣ ਸਕਦਾ ਹੈ ਟੈਲੀਫੋਨ ਸੰਪਰਕ ਦਾ ਸਾਧਨ ਹੈ। ਤੇ ਆਖਰੀ ਸ਼ਬਦ ਹੈ ਟੈਲੀਫੋਨ। ਤਾਂ ਇਸ ਦਾ ਵਾਕ ਬਣ ਸਕਦਾ ਹੈ ਮੈਂ ਆਪਣੇ ਮਾਮਾ ਜੀ ਨੂੰ ਟੈਲੀਫੋਨ ਕੀਤਾ। ਇਸ ਤੋਂ ਬਾਅਦ ਤੁਹਾਡਾ ਅਗਲਾ ਪ੍ਰਸ਼ਨ ਹੈ ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ। ਇਸ ਵਿੱਚ ਪਹਿਲਾ ਸ਼ਬਦ ਹੈ ਭਰਾ। ਤਾਂ ਭਰਾ ਨੂੰ ਹਿੰਦੀ ਵਿੱਚ ਅਸੀਂ ਕਹਾਂਗੇ ਭਾਈ ਤੇ ਅੰਗਰੇਜ਼ੀ ਵਿੱਚ ਬ੍ਰਦਰ, BROTHER। ਅਗਲਾ ਸ਼ਬਦ ਹੈ ਵਿਗਿਆਨਕ। ਹਿੰਦੀ ਵਿੱਚ ਵੈਗਿਆਨਿਕ ਤੇ ਅੰਗਰੇਜ਼ੀ ਵਿੱਚ ਸਾਇੰਟਿਸਟ, SCIENTIST। ਅਗਲਾ ਸ਼ਬਦ ਹੈ ਵਿਸ਼ਵਾਸ। ਹਿੰਦੀ ਵਿੱਚ ਵਿਸ਼ਵਾਸ, ਅੰਗਰੇਜ਼ੀ ਵਿੱਚ ਬਿਲੀਵ, BELIEVE। ਅਗਲਾ ਸ਼ਬਦ ਵਿਦਿਆਰਥੀ। ਹਿੰਦੀ ਵਿੱਚ ਛਾਤਰ ਤੇ ਅੰਗਰੇਜ਼ੀ ਵਿੱਚ ਸਟੂਡੈਂਟ, STUDENT। ਤੇ ਤੁਹਾਡਾ ਆਖਰੀ ਸ਼ਬਦ ਹੈ ਪ੍ਰਯੋਗ। ਹਿੰਦੀ ਵਿੱਚ ਪ੍ਰਯੋਗ ਤੇ ਅੰਗਰੇਜ਼ੀ ਵਿੱਚ ਆਏਗਾ ਐਕਸਪੈਰੀਮੈਂਟ, EXPERIMENT। ਇਸ ਤੋਂ ਬਾਅਦ ਹੈ ਤੁਹਾਡੇ ਪਾਠ ਦਾ ਆਖਰੀ ਪ੍ਰਸ਼ਨ ਜੋ ਕਿ ਹੈ ਸਹੀ ਵਿਕਲਪ ਚੁਣੋ। ਇਸ ਵਿੱਚ ਤੁਹਾਨੂੰ ਵਿਆਕਰਣ ਦੇ ਆਧਾਰ ਉੱਤੇ 3 ਪ੍ਰਸ਼ਨ ਦਿੱਤੇ ਗਏ ਹਨ ਅਤੇ ਹਰ ਪ੍ਰਸ਼ਨ ਵਿੱਚ 4-4 ਆਪਸ਼ਨਸ ਦਿੱਤੀਆਂ ਗਈਆਂ ਹਨ। ਤੁਸੀਂ ਸਹੀ ਉੱਤਰ ਵਾਲੀ ਆਪਸ਼ਨ ਨੂੰ ਚੁਣਨਾ ਹੈ। ਤੁਹਾਡਾ ਪਹਿਲਾ ਸ਼ਬਦ ਹੈ ਹੇਠ ਲਿਖੇ ਸ਼ਬਦਾਂ ਵਿੱਚ ਕਿਹੜਾ ਸ਼ਬਦ ਪੜਨਾਮ ਹੈ। ਤਾਂ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਸ਼ਬਦ ਨਾਮ ਦੀ ਥਾਂ ਤੇ ਵਾਕ ਵਿੱਚ ਵਰਤਿਆ ਜਾਂਦਾ ਹੈ ਉਸਨੂੰ ਪੜਨਾਮ ਕਹਿੰਦੇ ਹਨ। ਤਾਂ ਇਸ ਵਿੱਚ ਸਾਡੇ ਕੋਲ 4 ਸ਼ਬਦ ਦਿੱਤੇ ਗਏ ਹਨ, ਗ੍ਰਾਹਮ ਬੈਲ, ਉਹ, ਵਾਟਸਨ ਅਤੇ ਮੈਲਵਿਲ। ਤਾਂ ਇਸ ਵਿੱਚ ਗ੍ਰਾਹਮ ਬੈਲ, ਵਾਟਸਨ ਅਤੇ ਮੈਲਵਿਲ ਤਾਂ ਨਾਮ ਹਨ। ਤਾਂ ਕਿਹੜਾ ਸ਼ਬਦ ਬਚਿਆ? ਉਹ। ਤਾਂ ਇਸ ਦਾ ਉੱਤਰ ਆਏਗਾ ਖੱਖਾ ਉਹ। ਅਗਲਾ ਪ੍ਰਸ਼ਨ ਹੈ ਸ਼ੁੱਧ ਸ਼ਬਦ ਕਿਹੜਾ ਹੈ, ਜਿਸ ਵਿੱਚ ਕਿ ਤੁਹਾਨੂੰ 4 ਸ਼ਬਦ ਜੋੜ ਦਿੱਤੇ ਗਏ ਹਨ ਤੇ ਤੁਸੀਂ ਉਸ ਵਿੱਚੋਂ ਸ਼ੁੱਧ ਸ਼ਬਦ ਜੋੜ ਲੱਭਣਾ ਹੈ। ਤਾਂ ਇਸ ਵਿੱਚ ਇਸ ਦਾ ਸਹੀ ਉੱਤਰ ਹੈ ਗੱਗਾ ਤੀਲੀਆਂ। ਤੀਸਰਾ ਪ੍ਰਸ਼ਨ ਹੈ ਕਿਰਿਆ ਸ਼ਬਦ ਚੁਣੋ। ਤਾਂ ਤੁਹਾਨੂੰ ਪਤਾ ਹੈ ਕਿ ਕਿਰਿਆ ਹੁੰਦਾ ਹੈ ਕੰਮ ਨੂੰ ਕਹਿੰਦੇ ਹਨ। ਤਾਂ ਇਸ ਵਿੱਚ ਤੁਹਾਨੂੰ 4 ਆਪਸ਼ਨ ਦਿੱਤੀਆਂ ਗਈਆਂ ਹਨ, ਤੁਹਾਡਾ, ਦੰਦ ਕਥਾ, ਖੇਡਿਆ ਅਤੇ ਪ੍ਰਦਰਸ਼ਨੀ। ਤਾਂ ਇਸ ਵਿੱਚ ਗੱਗਾ ਖੇਡਿਆ ਇਸ ਦਾ ਸਹੀ ਉੱਤਰ ਹੈ ਕਿਉਂਕਿ ਇਹ ਇੱਕ ਕਿਰਿਆ ਸ਼ਬਦ ਹੈ। ਇਸ ਵਿੱਚ ਆਖਰੀ ਤੁਹਾਡਾ ਵਾਕ ਹੈ, ਆਖਰੀ ਪ੍ਰਸ਼ਨ ਹੈ ਨਾਮ ਸ਼ਬਦ ਕਿਹੜਾ ਹੈ। ਤਾਂ ਨਾਮ ਉਹ ਸ਼ਬਦ ਹੁੰਦਾ ਹੈ ਜਿਹੜਾ ਕਿਸੇ ਚੀਜ਼, ਵਸਤੂ, ਵਿਅਕਤੀ ਦੇ ਨਾਮ ਲਈ ਵਰਤਿਆ ਜਾਵੇ। ਤਾਂ ਇਸ ਵਿੱਚ ਵੀ ਤੁਹਾਨੂੰ 4 ਆਪਸ਼ਨ ਦਿੱਤੀਆਂ ਗਈਆਂ ਹਨ, ਲੁਕਿਆ, ਉਹ, ਸਥਾਪਨਾ ਜਾਂ ਗ੍ਰਾਹਮ ਬੈਲ। ਤਾਂ ਇਸ ਵਿੱਚ ਗ੍ਰਾਹਮ ਬੈਲ ਜੋ ਹੈ ਨਾਮ ਸ਼ਬਦ ਹੈ ਜੋ ਕਿ ਘੱਗਾ ਆਪਸ਼ਨ ਹੈ। ਇਹ ਸੀ ਬੇਟਾ ਤੁਹਾਡਾ ਪਾਠ ਟੈਲੀਫੋਨ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਪਾਠ ਸਮਝ ਆ ਗਿਆ ਹੋਵੇਗਾ ਤੇ ਤੁਸੀਂ ਇਸ ਦਾ ਅਭਿਆਸ ਵੀ ਹੱਲ ਕਰ ਲਓਗੇ। ਆਖਿਰ ਵਿੱਚ ਤੁਹਾਨੂੰ ਰਚਨਾਤਮਕ ਕਾਰਜ ਵਿੱਚ 2 ਪ੍ਰਸ਼ਨ ਦਿੱਤੇ ਗਏ ਹਨ, ਜਿਸ ਵਿੱਚ ਕਿ ਪਹਿਲਾ ਹੈ ਟੈਲੀਫੋਨ ਵਾਂਗ ਹੋਰ ਕਿਹੜੇ ਯੰਤਰ ਅਜੋਕੇ ਸਮੇਂ ਗੱਲਬਾਤ ਲਈ ਵਰਤੇ ਜਾਂਦੇ ਹਨ। ਤਾਂ ਗੱਲ ਲਈ ਅਸੀਂ ਇੱਕ ਤਾਂ ਟੈਲੀਫੋਨ ਵਰਤਦੇ ਹਾਂ, ਹੋਰ ਕਿਹੜਾ ਯੰਤਰ ਹੈ ਜਿਹੜੇ ਨਾਲ ਅਸੀਂ ਗੱਲਬਾਤ ਕਰ ਸਕਦੇ ਹਾਂ। ਤੁਸੀਂ ਇਸ ਬਾਰੇ ਸੋਚਣਾ ਹੈ, ਸਰਚ ਕਰਨਾ ਹੈ ਤੇ ਇਸ ਦਾ ਜਵਾਬ ਦੇਣਾ ਹੈ। ਅਗਲਾ ਹੈ ਟੈਲੀਫੋਨ ਤੋਂ ਪਹਿਲਾਂ ਲੋਕਾਂ ਦੇ ਸੰਚਾਰ ਦੇ ਸਾਧਨ ਕੀ ਸਨ। ਤਾਂ ਜਦੋਂ ਟੈਲੀਫੋਨ ਨਹੀਂ ਬਣਿਆ ਸੀ ਤਾਂ ਕਿਹੜੇ ਸਨ? ਇੱਕ ਤਾਂ ਅਸੀਂ ਇਸ ਪਾਠ ਵਿੱਚ ਹੀ ਪੜ੍ਹਿਆ, ਉਸ ਸਮੇਂ ਤਾਰ ਪ੍ਰਣਾਲੀ ਹੁੰਦੀ ਸੀ ਤੇ ਉਸ ਤੋਂ ਇਲਾਵਾ ਚਿੱਠੀ ਪੱਤਰ ਜਿਹੜਾ ਉਸ ਸਮੇਂ ਬਹੁਤ ਵਧੀਆ ਸੰਚਾਰ ਦਾ ਸਾਧਨ ਸੀ। ਤਾਂ ਇਹ ਦੋਨਾਂ ਪ੍ਰਸ਼ਨਾਂ ਦੇ ਉੱਤਰ ਤੁਸੀਂ ਆਪ ਕਰਨੇ ਨੇ ਆਪਣੀ ਸਮਝ ਤੇ ਸੋਚ ਦੇ ਹਿਸਾਬ ਨਾਲ। ਤਾਂ ਮੈਨੂੰ ਉਮੀਦ ਹੈ ਤੁਹਾਨੂੰ ਇਹ ਪਾਠ ਪਸੰਦ ਆਇਆ ਹੈ। ਤੁਸੀਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ YouTube ਚੈਨਲ ਪੰਜਾਬੀ ਸਕੂਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਇਸੇ ਸਾਰੇ ਪਾਠ ਸਮੇਂ ਸਿਰ ਮਿਲ ਜਾਣ। ਮੈਂ ਰਮਨਦੀਪ ਕੌਰ ਤੁਹਾਡਾ ਅਗਲਾ ਪਾਠ ਲੈ ਕੇ ਬਹੁਤ ਜਲਦੀ ਆਵਾਂਗੀ। ਉਦੋਂ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।